ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਇਕ ਓੰਕਾਰਾ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਲਹਿਓ ਮਾਇਨਾ ਕਦੋ ਨਾਹੀ। ਖਾਤਰ ਜਮਾ ਭਈ ਚਿਤ ਮਾਹੇ। ਸੁਣ ਕਰ ਹਾਥ ਜੋਰ ਕਰ ਕਹਿਓ। ਆਂਖ ਮੂੰਦ ਜੋ ਅਚਰਜ ਲਹਿਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਦੇ ਨਾਲ ਅਗਲੇਰੀ ਕਥਾ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਪ੍ਰਾਰੰਭਤਾ ਤੋਂ ਪਹਿਲਾਂ ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਤ ਪ੍ਰਾਤ ਕੇ ਚਲ ਕਰ ਆਵੋ। ਜਲ ਕੇ ਮਸ਼ਕ ਸੰਗ ਕਰ ਲਿਆਵੋ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਰਸੋਂ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਫਕੀਰ ਜਿਹਨੂੰ ਔਰੰਗਜ਼ੇਬ ਨੇ ਕੈਦ ਵਿੱਚ ਕੀਤਾ ਹੋਇਆ, ਸਰਮੱਧ ਫਕੀਰ, ਔਰ ਇਸ ਵਾਰੀ ਕੈਦ ਇਸ ਕਰਕੇ ਕੀਤਾ ਕਿ ਮਸੀਤ ਦੇ ਵਿੱਚ ਔਰੰਗਜ਼ੇਬ ਆਪ ਨਵਾਜ਼ ਪੜ੍ਹਨ ਗਿਆ। ਬਹੁਤ ਸਾਰੇ ਮੰਤਰੀ ਸ਼ੰਤਰੀ ਨਾਲ ਸਨ। ਸ਼ੁੱਕਰਵਾਰ ਦੀ ਨਵਾਜ਼ ਸੀ ਜਿਹਨੂੰ ਜੁਮੇ ਦੀ ਨਵਾਜ਼ ਕਹਿੰਦੇ ਨੇ। ਔਰ ਕਾਦੀ ਨੇ ਸਾਹਮਣੇ ਖਲੋ ਕੇ ਨਵਾਜ਼ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉੱਚੀ ਜਦੋਂ ਕੂਕ ਮਾਰੀ ਤੇ ਇੱਧਰੋਂ ਬਾਹਰੋਂ ਸਰਮੱਤ ਨੇ ਫਕੀਰ ਨੇ ਉੱਚੀ ਕੂਕ ਮਾਰ ਕੇ ਕਿਹਾ ਕਿ ਕਾਦੀ ਤੂੰ ਤੇ ਬੋਲਾ ਹੋਏਗਾ, ਪਰ ਜਿਹੜੇ ਖੁਦਾ ਨੂੰ ਆਵਾਜ਼ਾਂ ਮਾਰਨੇ ਉਹ ਖੁਦਾ ਕੋਈ ਬੋਲਾ ਨਹੀਂ, ਉਹ ਕੋਈ ਅੰਨਾ ਨਹੀਂ, ਉਹ ਸਭ ਕੁਝ ਸੁਣਦਾ ਵੀ ਹੈ ਤੇ ਵੇਖਦਾ ਵੀ ਹੈ। ਉਹ ਖੁਦਾ ਕਿਤੇ ਉੱਚੇ ਸਾਰਾ ਮੂੰਹ ਕਰਕੇ ਉੱਤੇ ਨੂੰ ਆਵਾਜ਼ ਕਰਕੇ ਮਾਰਨਾ, ਮੂੰਹ ਕਰਕੇ ਉੱਤੇ ਨੂੰ। ਰੱਬ ਕਿਹੜਾ ਉੱਤੇ ਹੀ ਨਹੀਂ, ਉਹ ਤਾਂ ਸਭ ਮੇਰੇ ਪੈਰਾਂ ਦੇ ਥੱਲੇ ਵੀ ਹੈ। ਬਸ ਇਹ ਗੱਲ ਜਦੋਂ ਕਿਸੇ ਨੇ ਅੰਦਰ ਜਾ ਕੇ ਔਰੰਗਜ਼ੇਬ ਨੂੰ ਬਾਹਰ ਆਉਂਦੇ ਨੂੰ ਦੱਸੀ ਕਿ ਅੱਜ ਇਹ ਕਹਿੰਦਾ ਕਿ ਖੁਦਾ ਮੇਰੇ ਪੈਰਾਂ ਦੇ ਥੱਲੇ ਹੈ, ਕਿਉਂਕਿ ਭਾਵ ਅਰਥ ਹੁੰਦਾ ਬਿਲਕੁਲ ਸਿੱਧਾ ਸੀ, ਹੈ ਇਸੇ ਤਰ੍ਹਾਂ। ਕਿਉਂਕਿ ਜੇ ਰੱਬ ਮਿੱਟੀ ਦੇ ਕਣ ਕਣ ਦੇ ਵਿੱਚ ਹੈ ਤਾਂ ਫਿਰ ਉਹ ਸਾਡੇ ਪੈਰਾਂ ਥੱਲੇ ਵੀ ਹੈ। ਹਰ ਥਾਂ 'ਤੇ ਅਸੀਂ ਥਾਂ ਕੋਈ ਹੈ ਹੀ ਨਹੀਂ ਜਿੱਥੇ ਉਹ ਨਹੀਂ। ਪਰ ਔਰੰਗਜ਼ੇਬ ਨੂੰ ਨਾਲ ਦਿਆਂ ਨੇ ਫਿਰ ਇਵੇਂ ਦੀ ਸ਼ਿਕਾਇਤਾਂ ਲਾਈਆਂ, ਹਵਾ ਭਰੀ ਕਿ ਔਰੰਗਜ਼ੇਬ ਨੂੰ ਲੱਗਿਆ ਕਿ ਇਹਨੇ ਖੁਦਾ ਦੀ ਤੋਹੀਨ ਕੀਤੀ ਹੈ। ਇਹਨੂੰ ਬੇੜੀਆਂ ਪਾਓ ਤੇ ਕਹਿੰਦੇ ਕੈਦ ਵਿੱਚ ਕੈਦਖਾਨੇ 'ਚ ਪਾਓ, ਤੇ ਇਸ ਵਾਰੀ ਇਹਦੀ ਜਿਹੜੀ ਸਜ਼ਾ ਹੈ ਉਹ ਕੇਵਲ ਤੇ ਕੇਵਲ ਮੌਤ ਹੋਏਗੀ। ਪਹਿਲਾਂ ਉਹਨੂੰ ਡਰਾਓ ਚੰਗੀ ਤਰ੍ਹਾਂ, ਇੱਕ ਵਾਰੀ ਫਿਰ ਡਰਾ ਕੇ ਧਮਕਾ ਕੇ ਸਮਝਾਓ, ਜੇ ਸਰਾਂ ਦੇ ਵਿੱਚ ਆ ਜਾਵੇ, ਤੇ ਜੇ ਨਹੀਂ ਆਉਂਦਾ ਤਾਂ ਫਿਰ ਇਸ ਵਾਰੀ ਇਹਦੀ ਮੌਤ ਹੈ, ਇਹਨੂੰ ਮੌਤ ਦੀ ਸਜ਼ਾ ਦੇਣੀ ਹੈ। ਕਹਿੰਦੇ ਇਹ ਸਰਮੱਧ ਫਕੀਰ ਜਿਹੜਾ ਕੈਦ ਦੇ ਵਿੱਚ ਹੈ, ਉੱਧਰੋਂ ਵਿਲਾਇਤ ਤੋਂ ਇੱਕ ਬਾਦਸ਼ਾਹ ਨੇ, ਰੂਮ ਦੇ ਬਾਦਸ਼ਾਹ ਨੇ
ਦੂਤ ਨੂੰ ਲਿਖ ਕੇ ਭੇਜਿਆ ਕਿ ਚਿੱਠੀ ਦੇ ਵਿੱਚ ਕਿ ਬਾਦਸ਼ਾਹ ਦੇ ਕੋਲ ਜਾ, ਔਰੰਗਜ਼ੇਬ ਕੋਲ ਦਿੱਲੀ। 2 ਸਵਾਲ ਨੇ, ਉਹਨਾਂ ਸਵਾਲਾਂ ਦਾ ਬਿਲਕੁਲ ਸਹੀ ਅਰਥ ਜਿਹੜਾ ਉਹ ਲੈ ਕੇ ਆਉਣਾ ਹੈ। ਉਹਦੇ ਕੋਲ 1400 ਵਿਦਵਾਨ ਨੇ, ਔਰ ਇਹ ਸਾਰਾ ਪ੍ਰਸੰਗ ਆਪ ਜੀ ਨੇ ਸੁਣਿਆ। 1400 ਵਿਦਵਾਨ, ਦਿੱਲੀ ਦੇ ਹੋਰ ਵਿਦਵਾਨਾਂ ਵਿੱਚ ਵੀ ਢੰਡੋਰਾ ਫੇਰਿਆ ਕਿ ਇੱਕ ਜਿਹੜਾ ਸੰਤੋਖ ਹੈ ਤੇ ਦੂਜਾ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਸਹਾਰ ਲੈਣਾ, ਬਰਦਾਸ਼ਤ ਕਰ ਲੈਣਾ, ਜਰ ਲੈਣਾ। ਸ਼ਬਦ ਵਰਤਿਆ ਗਿਆ ਜਰ ਲੈਣਾ। ਜਰ ਲੈਣਾ ਕੀ ਹੈ ਤੇ ਸੰਤੋਖ ਕੀ ਹੈ? ਬਸ ਇਹਦੇ ਅਰਥ ਚਾਹੀਦੇ ਸਨ, ਕਿਸੇ ਤੋਂ ਅਰਥ ਨਹੀਂ ਹੋਏ ਜਿਵੇਂ ਕਿ ਉਹ ਅਰਥ ਕਿਸੇ ਨੇ ਲੋਕਾਂ ਨੂੰ ਦੱਸੇ। ਇਹ ਦੂਤ ਕਹਿੰਦਾ ਬਾਦਸ਼ਾਹ ਇਵੇਂ ਦੇ ਅਰਥ ਤੇ ਮੈਂ ਬੜੀ ਵਾਰੀ ਸੁਣਿਆ ਪਹਿਲੋਂ ਲੋਕਾਂ ਤੋਂ, ਪਰ ਬਾਦਸ਼ਾਹ ਰੂਮ ਦੇ ਬਾਦਸ਼ਾਹ ਦੀ ਤਸੱਲੀ ਨਹੀਂ ਹੋਈ। ਇਹ ਪੁੱਛਦਾ ਪੁਛਾਉਂਦਾ ਪਤਾ ਲੱਗਿਆ ਕਿ ਜੇ ਅਰਥ ਸੱਚਮੁੱਚ ਚਾਹੁੰਦਾ ਹੈ ਤੇ ਸਰਮੱਧ ਫਕੀਰ ਹੈ ਜਿਹੜਾ ਔਰੰਗਜ਼ੇਬ ਨੇ ਕੈਦ ਵਿੱਚ ਪਾਇਆ ਹੋਇਆ ਹੈ। ਇਹ ਸਰਮੱਧ ਫਕੀਰ ਦੇ ਕੋਲ ਗਿਆ। ਇਹ ਦੋਵੇਂ ਜਾ ਕੇ ਸਵਾਲ ਪੁੱਛੇ ਕਿ ਦੱਸ ਕਿ ਉਸ ਰੱਬ ਪਰਮੇਸ਼ਰ ਦੇ ਬੰਦਿਆ, ਇਹ ਦੱਸ ਕਿ ਸਬਰ ਕੀ ਹੈ ਤੇ ਸੰਤੋਖ ਕੀ ਹੈ, ਇਹਦੇ ਅਸਲ ਵਿੱਚ ਮਹਿਣੇ ਕੀ ਨੇ। ਔਰ ਸਰਮੱਧ ਫਕੀਰ ਨੇ ਫਿਰ ਕਿਹਾ ਜੇ ਤੇ ਅੱਖਰਾਂ ਨਾਲ ਚਾਹੁੰਦਾ ਤੇ ਮੈਂ ਤੈਨੂੰ 2, 3, 4 ਘੰਟੇ ਕਥਾ ਕਰਕੇ ਸੁਣਾ ਸਕਦਾ, ਕਿਉਂਕਿ ਕਥਾ ਹੀ ਕਰਨੀ ਹੈ ਨਾ, ਅੱਖਰਾਂ ਨਾਲ ਸਮਝਾਉਣਾ ਹੀ ਸਮਝਾਈ ਜਾਵਾਂਗਾ। ਪਰ ਜੇ ਪ੍ਰੈਕਟੀਕਲੀ ਚਾਹੁੰਦਾ, ਵੇਖਣਾ, ਸਾਰਾ ਕੁਝ ਸਮਝਣਾ, ਤੇ ਫਿਰ ਸਵੇਰੇ ਆਈ। ਪੂਰੇ ਦੂਤ ਨੇ ਕਿਹਾ ਕਿ ਅੱਖਰਾਂ ਨਾਲ ਤਾਂ ਬੜਿਆ ਤੋਂ ਸਮਝ ਲਿਆ, ਨਹੀਂ ਸਮਝ ਲੱਗੀ। ਚੰਗਾ ਹੋਵੇ ਜੇ ਪ੍ਰੈਕਟੀਕਲੀ ਸਮਝਾ ਦੇ। ਔਰ ਫਕੀਰ ਕਹਿੰਦਾ ਫਿਰ ਸਵੇਰੇ ਆਈ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਥੋੜ੍ਹਾ ਜਿਹਾ ਇਤਿਹਾਸ ਪਿੱਛੋਂ ਸ਼ੁਰੂ ਕੀਤਾ ਕਿਉਂਕਿ ਕੱਲ੍ਹ ਕਥਾ ਨਹੀਂ ਸੀ ਹੋ ਸਕੀ। ਕਵੀ ਸੰਤੋਖ ਸਿੰਘ ਜੀ ਲਿਖਦਾ ਹੈ ਕਿ ਉਸ ਸਰਮੱਧ ਫਕੀਰ ਨੇ ਕਿਹਾ ਫਿਰ ਸਵੇਰੇ ਆਈ। ਹੋਤ ਪ੍ਰਾਤ ਕੇ ਚੱਲ ਕਰੇ ਆਵੋ, ਜਲ ਕੇ ਮਸ਼ਕ ਸੰਗ ਕਰ ਲਿਆਵੋ। ਕੱਲ ਸਵੇਰ ਹੁੰਦਿਆਂ ਨੂੰ ਆਈ ਔਰ ਇੱਕ ਜਲ ਦੀ ਮਸ਼ਕ ਭਰ ਕੇ ਲਿਆਈ, ਕਿਉਂਕਿ ਕੱਲ੍ਹ ਨੂੰ ਮੈਨੂੰ ਸਜ਼ਾ ਦਿੱਤੀ ਜਾਣੀ ਹੈ ਤੇ ਸਜ਼ਾ ਮੌਤ ਦੀ ਸੁਣਾਈ ਗਈ ਹੈ। ਇਸ ਕਰਕੇ ਇੱਕ ਜਲ ਦੀ ਮਸ਼ਕ ਭਰ ਕੇ ਲਿਆਈ। ਤਹਿਮਤ ਨਯੋ ਏਕ ਤਬੇ ਆਨੋ, ਲੇਹੋ ਮਾਇਨਾ ਜਥਾ ਬਖਾਨੋ। ਤਹਿਮਤ ਕਹਿੰਦੇ ਨੇ 2 ਮੀਟਰ ਦਾ ਕੱਪੜਾ ਜਿਹੜਾ ਤੇੜ ਬੰਨਿਆ ਜਾਂਦਾ, ਲੱਕ ਦੇ ਨਾਲ ਬੰਨਿਆ ਜਾਂਦਾ ਹੈ, ਕਿਉਂਕਿ ਸਰਮੱਧ ਫਕੀਰ ਬਿਲਕੁਲ ਨੰਗਾ ਰਹਿੰਦਾ ਸੀ। ਪਰ ਅੱਜ ਇਹਨੇ 2 ਚੀਜ਼ਾਂ ਮੰਗਾਈਆਂ। ਜੇ ਅਰਥ ਚਾਹੁੰਦਾ ਤੇ ਫਿਰ ਸਵੇਰੇ ਆਈ, ਇੱਕ ਜਲ ਦੀ ਮਸ਼ਕ ਭਰ ਕੇ ਲਿਆਈ ਤੇ ਇੱਕ 2 ਗਜ ਦਾ ਕੱਪੜਾ ਲੈ ਕੇ ਆਈ। ਸੁਣ ਕੇ ਦੂਤ ਗਇਓ ਨਿਜ ਡੇਰੇ, ਨਿਸਾ ਬਤਾਏ ਤਿਆਰ ਭਾ ਫੇਰੇ। ਦੂਤ ਸੁਣ ਕੇ ਆਪਣੇ ਡੇਰੇ ਚਲਾ ਗਿਆ, ਪਰ ਦੂਤ ਨੂੰ ਵੀ ਬੜਾ ਚਾਅ ਸੀ ਕਿ ਜਿੰਦੀ ਸਵੇਰੇ ਮੌਤ ਹੋਣੀ ਹੈ, ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਹਨੇ ਸਵੇਰੇ 2 ਸ਼ਬਦਾਂ ਦੇ ਮੈਨੂੰ ਅਰਥ ਦੱਸਣੇ ਨੇ, 2 ਸਵਾਲਾਂ ਦੇ ਜਵਾਬ ਦੇਣੇ ਨੇ। ਸਾਰੇ ਰਾਤ ਨੂੰ ਚਾਅ ਦੇ ਨਾਲ ਨੀਂਦ ਨਹੀਂ ਆਈ। ਸਵੇਰ ਹੁੰਦਿਆਂ ਨਾਲ ਤਿਆਰ ਹੋ ਕੇ ਤਹਿਮਤ ਹਿਤ ਲੈ ਦਵੈ ਗਜ ਚੀਰ, ਮਸ਼ਕ ਲੀਨ ਭਰਵਾਏ ਸੁਨੀਰ। ਇਸ ਦੂਤ ਨੇ 2 ਗਜ ਜਿਹੜਾ ਕੱਪੜਾ ਲਿਆ ਤੇੜ ਬੰਨਣ ਵਾਸਤੇ। ਇੱਕ ਮਸ਼ਕ ਜਿਹੜੀ ਪਾਣੀ ਦੀ ਉਹ ਭਰਵਾਲੀ ਹੈ। ਸਰਮੱਧ ਨਿਕਟ ਜਾਏ ਕਰਵ ਖਰਿਓ, ਤਹਿਮਤ ਜਲ ਕੋ ਅਰਪਣ ਕਰਿਓ। ਇਹ ਸਰਮੱਧ ਫਕੀਰ ਦੇ ਕੋਲ ਜਾ ਕੇ ਖਲੋ ਗਿਆ। 2 ਗਜ ਕੱਪੜਾ ਪਾਣੀ ਦੇ ਮਸ਼ਕ ਥੱਲੇ ਰੱਖ ਕੇ ਹੱਥ ਜੋੜ ਕੇ ਨਮਸਕਾਰ ਕੀਤੀ। ਦੇਖ ਅਤੇ ਉਠਿਓ ਕਰਿਓ ਇਸ਼ਨਾਨ, ਨਿਜ ਸਰੀਰ ਪਾਵਨਤਾ ਠਾਨ। ਸਰਮੱਧ ਫਕੀਰ ਨੇ ਵੇਖਿਆ ਤਾਂ ਉੱਠਿਆ, ਚੱਲ ਕੇ ਅੱਗੇ ਆਇਆ ਔਰ ਜਿੱਥੇ ਪਾਣੀ ਦੀ ਮਸ਼ਕ ਰੱਖੀ ਸੀ ਉੱਥੇ ਇਸ਼ਨਾਨ ਕਰ ਲਿਆ, ਕਿਉਂਕਿ ਉਹਨੇ ਕਿਹੜਾ ਕੋਈ ਕੱਪੜੇ ਲਾਉਣੇ ਪਾਉਣੇ ਸਨ, ਹੈ ਤੇ ਕੱਪੜਿਆਂ ਤੋਂ ਬਣੇ ਸੀ। ਇਸ਼ਨਾਨ ਉਹਨੇ ਕਰ ਲਿਆ ਜੀ। ਤਹਿਮਤ ਕਿਨੋ ਤੇਰ ਨਵੀਨ, ਖਰੋ ਰਹੋ ਦਰਵੇਸ਼ ਪ੍ਰਬੀਨ। ਅੱਜ ਪਹਿਲੀ ਵਾਰ ਇਸ ਦਰਵੇਸ਼ ਨੇ, ਸਰਮੱਧ ਨੇ, ਇਸ਼ਨਾਨ ਕਰਨ ਤੋਂ ਬਾਅਦ ਉਹ 2 ਗਜ ਦਾ ਕੱਪੜਾ ਲੱਕ ਦੇ ਨਾਲ ਬੰਨੇ, ਜਿਹਨੂੰ ਆਪਾਂ ਕਹਿੰਦੇ ਤੇੜ ਧੋਤੀ ਬੰਨੀ। ਫਕੀਰ ਸਾਹਮਣੇ ਖਲੋਤਾ ਔਰ ਜਿਹੜਾ ਦੂਤ ਹੈ ਉਹ ਸਾਹਮਣੇ ਹੱਥ ਜੋੜ ਕੇ ਖੜਾ, ਜਿਸ ਸਵਾਲਾਂ ਦਾ ਜਵਾਬ ਮਿਲਦਾ ਹੈ। ਕਹਿਓ ਦੂਤ ਸੋ ਹੋਏ ਕਰ ਖਰੋ,
ਪਿੱਖੋ ਬਿਲੋਚਨ ਮੁੰਦਨ ਕਰੋ। ਹੁਣ ਇਸ਼ਨਾਨ ਕਰਕੇ ਧੋਤੀ ਬੰਨ੍ਹ ਕੇ ਸਰਮਦ ਉਸ ਦੂਤ ਨੂੰ ਕਹਿੰਦਾ, ਜੇ ਸਵਾਲਾਂ ਦਾ ਜਵਾਬ ਚਾਹੁੰਦਾ ਫਿਰ ਅੱਖਾਂ ਬੰਦ ਕਰ। ਅੱਖਾਂ ਬੰਦ ਕਰਕੇ ਖੜਾ ਰਹੀ ਤੇ ਖੋਲ੍ਹੀ ਨਾ। ਸੁਣ ਕਰ ਠੰਡੋ ਭਇਓ ਅਗਾਰੇ, ਦ੍ਰਿਗ ਮਰੰਦਲ ਕਰ ਕੈ ਤਿਸ ਬਾਰੇ। ਇਹ ਸੁਣ ਕੇ ਦੂਤ ਨੇ ਹੱਥ ਜੋੜ ਦਿੱਤੇ, ਅੱਖਾਂ ਬੰਦ ਕਰ ਲਈਆਂ ਕਿ ਸਵਾਲਾਂ ਦੇ ਜਵਾਬ ਚਾਹੀਦੇ ਨੇ, ਅੱਖਾਂ ਬੰਦ ਕਰਕੇ ਮਿਲ ਜਾਣ ਤੇ ਤਾਂ ਕੀ ਹੈ। ਅੱਖਾਂ ਬੰਦ ਕੀਤੀਆਂ ਨੇ। ਸਰਮਦ ਹਾਥ ਸੀਸ ਪਰ ਧਰਿਓ, ਅਚਰਜ ਬੜੋ ਦਿਖਰਾਵਣ ਕਰਿਓ। ਸਮਰੱਥ ਫਕੀਰ ਨੇ ਇਸ ਦੂਤ ਦੇ ਸਿਰ ਤੇ ਹੱਥ ਰੱਖਿਆ, ਤੇ ਜਦੋਂ ਉਹ ਹੱਥ ਰੱਖਿਆ ਅੱਖਾਂ ਦੀਆਂ ਬੰਦ ਨੇ, ਪਰ ਇਹਨੂੰ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਸਭ ਕੁਝ ਨਜ਼ਰ ਆ ਰਿਹਾ ਹੈ। ਬੰਦ ਅੱਖਾਂ ਦੇ ਨਾਲ ਸਮਰੱਥ ਨੇ ਇਹਨੂੰ ਉਹ ਕੁਝ ਵਿਖਾਇਆ ਜਿਹਨੂੰ ਵੇਖ ਕੇ ਦੂਤ ਬੜਾ ਹੀ ਹੈਰਾਨ ਹੋਇਆ। ਸੁਣ ਭੂਤ ਪ੍ਰੇਤ ਹੈ ਲਾਖੋ ਖਲੇ, ਪੁਰ ਸਗਰੋ ਨਿਜ ਹੱਥਨ ਧਰੇ। ਇਸ ਦੂਤ ਨੇ ਬੰਦ ਅੱਖਾਂ ਨਾਲ ਕੀ ਵੇਖਿਆ ਕਿ ਜਿਹੜਾ ਫਕੀਰ ਸਰਮਦ ਹੈ, ਸਰਮਦ ਦੇ ਤੇ ਕੋਲ ਇਹਦੇ ਸਾਹਮਣੇ ਹੱਥ ਜੋੜ ਕੇ ਲੱਖਾਂ ਹੀ ਭੂਤ ਪ੍ਰੇਤ, ਜਿਨ੍ਹਾਂ ਨੂੰ ਤਾਕਤਾਂ ਕਹਿੰਦੇ ਨੇ, ਉਹ ਸ਼ਕਤੀਆਂ ਖੜੀਆਂ ਹੋਈਆਂ ਨੇ। ਇਹਨਾਂ ਨੇ ਤੇ ਦਿੱਲੀ ਦਾ ਇੱਕ ਇੱਕ ਘਰ ਜਿਹੜਾ ਹੈ ਉਹ ਆਪਣੇ ਹੱਥਾਂ 'ਤੇ ਚੁੱਕਿਆ ਹੋਇਆ ਹੈ। ਇਹ ਤਾਕਤਾਂ ਜਿਵੇਂ ਹੱਥ ਜੋੜ ਕੇ ਇੰਤਜ਼ਾਰ ਕਰਦੀਆਂ ਹੋਣ ਕਿ ਸਰਮਦ ਫਕੀਰ, ਤੈਨੂੰ ਇਹਨਾਂ ਕੱਲ੍ਹ ਮੌਤ ਦੀ ਸਜ਼ਾ ਦੇਣੀ, ਇੱਕ ਵਾਰੀ ਤੂੰ ਸਾਨੂੰ ਹੁਕਮ ਤੇ ਕਰ, ਅਸੀਂ ਦਿੱਲੀ ਨੂੰ ਖਤਮ ਕਰ ਦਈਏ ਤੇ ਤਖਤ ਨੂੰ ਪਲਟ ਦਈਏ। ਜਿਹੜਾ ਸਜ਼ਾਵਾਂ ਸਜਾਉਣ ਵਾਲਾ ਹੈ ਉਹਨੂੰ ਜੀਵਨ ਦੀ ਉਹਦੀ ਯਾਤਰਾ ਖਤਮ ਕਰੀਏ। ਸਰਮਦ ਬਦਨ ਦਿਸ਼ਾ ਸਭ ਹੇਰੈ, ਹਮਕੋ ਆਗਿਆ ਦੇ ਕਿਸ ਬੇਰੈ। ਇਸ ਦੂਤ ਨੇ ਕੀ ਵੇਖਿਆ, ਏਡੀਆਂ ਏਡੀਆਂ ਵੱਡੀਆਂ ਤਾਕਤਾਂ ਇਹ ਤੇ ਸਰਮਦ ਫਕੀਰ ਦੇ ਸਾਹਮਣੇ ਹੱਥ ਜੋੜ ਕੇ ਖੜੀਆਂ ਨੇ, ਹਰ ਵੇਲੇ ਵੇਖਦੀਆਂ ਨੇ ਕਿ ਸਰਮਦ ਫਕੀਰ ਮੂੰਹ ਤੋਂ ਭਾਵੇਂ ਨਾ ਵੀ ਕਵੇ, ਸਾਨੂੰ ਇਸ਼ਾਰਾ ਹੀ ਕਰਦੇ, ਕਦੇ ਅੱਗੇ ਦੇ ਦੇ। ਜਮਨਾ ਮਾਹੇ ਗੇਰੇ ਉਥਲਾਏ, ਸਭ ਦਿੱਲੇ ਪੁਰ ਕੋ ਬਿਨਸਾਏ। ਜੇ ਇਹ ਫਕੀਰ ਸਾਨੂੰ ਹੁਕਮ ਕਰੇ, ਅੱਗੇ ਕਰਦੇ, ਮਾੜਾ ਜਿਹਾ ਇਸ਼ਾਰਾ ਹੀ ਕਰਦੇ, ਤੇ ਸਾਰੇ ਦਿੱਲੀ ਨੂੰ ਚੁੱਕ ਕੇ ਅਸੀਂ ਜਮਨਾ ਦੇ ਵਿੱਚ ਪਾ ਦਈਏ, ਜਮਨਾ ਨੂੰ ਧਰਤੀ ਵਾਂਗੂ ਪੱਧਰਾ ਬਣਾ ਦਈਏ, ਪੂਰੀ ਦਿੱਲੀ ਦਾ ਨਾਸ਼ ਕਰ ਦਈਏ। ਸਰਮਦ ਨਹੀਂ ਹੁਕਮ ਕੋ ਦੇਤ, ਸਭ ਸਜਾਏ ਸਹਿ ਤਨ ਪਰ ਲੇਤ। ਪਰ ਸਰਮਦ ਫਕੀਰ ਜਿਹੜਾ ਕਿਸੇ ਤਰ੍ਹਾਂ ਦਾ ਹੁਕਮ ਨਹੀਂ ਦਿੰਦਾ, ਇਹਨਾਂ ਤਾਕਤਾਂ ਵੱਲੇ ਵੇਖਦਾ ਤੱਕ ਨਹੀਂ ਕਿ ਆਪਣੇ ਤਨ ਦੇ ਉੱਤੇ ਸਾਰਾ ਦੁੱਖ ਤੇ ਸਹਾਰ ਲੈਣਾ ਹੈ। ਇਹ ਵੀ ਪਤਾ ਕਿ ਸਵੇਰੇ ਅੱਜ ਮੌਤ ਹੈ, ਮੌਤ ਦੀ ਸਜ਼ਾ ਸੁਣਾਈ ਜਾਣੀ ਹੈ, ਪਰ ਇਹਨਾਂ ਨੂੰ ਹੁਕਮ ਨਹੀਂ ਕੀਤਾ ਕਿ ਤਨ ਦੇ ਉੱਤੇ ਸਹਾਰ ਲਵਾਂਗਾ, ਪਰ ਕਰਾਮਾਤ ਨਹੀਂ ਵਿਖਾਉਣੀ। ਸਗਰੇ ਘਰ ਹੱਥਨ ਪਰ ਧਰੇ, ਲਾਖੋ ਸ਼ਕਤਵੰਤ ਹੈ ਖਰੇ। ਇਹ ਦੂਤ ਵੇਖ ਵੇਖ ਕੇ ਹੈਰਾਨ ਹੋ ਰਿਹਾ ਕਿ ਲੱਖਾਂ ਹੀ ਘਰ ਨੇ ਜਿਹੜੇ ਇਹਨਾਂ ਸ਼ਕਤੀਆਂ ਨੇ ਆਪਣੇ ਹੱਥਾਂ ਦੇ ਚੁੱਕੇ ਹੋਏ ਨੇ। ਇੰਨੀ ਸ਼ਕਤੀ ਦਾ ਮਾਲਕ ਸਰਮਦ ਫਕੀਰ ਤੇ ਜੰਗਲਾਂ ਦੇ ਵਿੱਚ ਇਹਨੂੰ ਬੰਨ੍ਹ ਕੇ ਰੱਖਿਆ ਹੋਇਆ। ਇਹਦੇ ਵਾਸਤੇ ਕੀ ਸੰਗਲ ਨੇ, ਇਹਦੇ ਵਾਸਤੇ ਕਿਹੜੇ ਬੰਧਨ ਨੇ। ਇਹ ਦਿਖਾਏ ਕਰ ਹਾਥ ਉਤਾਰਾ, ਬਹੁਰ ਦੂਤ ਪ੍ਰਤ ਬਾਕ ਉਚਾਰਾ। ਇਹ ਸਾਰਾ ਕੁਛ ਉਹਨੂੰ ਅਹਿਸਾਸ ਕਰਾ ਕੇ ਵਿਖਾ ਕੇ ਸਰਮਦ ਫਕੀਰ ਨੇ ਸਿਰ ਤੋਂ ਹੱਥ ਚੁੱਕ ਲਿਆ, ਤੇ ਫਿਰ ਉਸ ਦੂਤ ਨੂੰ ਕਹਿੰਦਾ ਹੈ, ਲਹਿਓ ਮਾਇਨਾ ਕੈਦੋ ਨਾਹੇ, ਖਾਤਰ ਜਮਾ ਭਈ ਚਿਤ ਮਾਹੇ। ਸਰਮਦ ਫਕੀਰ ਕਹਿੰਦਾ ਹੈ ਕਿ ਦੱਸ ਭਾਈ, ਜਿਹੜਾ ਤੂੰ ਮਾਇਨਾ, ਜਿਹੜਾ ਅਰਥ ਜਾਣਨਾ ਚਾਹੁੰਦਾ ਸੀ, ਸਮਝ ਲੱਗ ਗਈ ਕਿ ਨਹੀਂ, ਕਿ ਤੇਰੀ ਪੂਰੀ ਤਰ੍ਹਾਂ ਖਾਤਰ ਹੋ ਗਈ ਕਿ ਨਹੀਂ। ਜੇ ਪੂਰੀ ਤਸੱਲੀ ਹੋਈ ਤੇ ਤਾਂ ਦੱਸ। ਸੁਣ ਕਰ ਹੱਥ ਜੋਰ ਕਰ ਕਹਿਓ, ਆਂਖ ਮੂਤ ਜੋ ਅਚਰਜ ਲਹਿਓ। ਹੁਣ ਦੂਤ ਨੂੰ ਹੱਲੇ ਪੂਰੀ ਤਰ੍ਹਾਂ ਗੱਲ ਸਮਝ ਨਹੀਂ ਆਈ। ਹੱਥ ਜੋੜੇ ਤੇ ਹੱਥ ਜੋੜ ਕੇ ਜੋ ਕੁਝ ਅੱਖਾਂ ਬੰਦ ਕਰਕੇ ਉਹਨੂੰ ਨਜ਼ਰ ਆਇਆ, ਉਹ ਸਾਰਾ ਕੁਝ ਉਹਨੂੰ ਕਿਹਾ ਵੀ ਜੇ ਤੁਹਾਡੇ ਕੋਲ ਇੰਨੀਆਂ ਤਾਕਤਾਂ ਨੇ, ਇਹ ਸਾਰੀਆਂ ਕਹਿੰਦੀਆਂ ਨੇ ਸਾਨੂੰ ਹੁਕਮ ਕਰ, ਅਸੀਂ ਕੁਝ ਵੀ ਕਰ ਸਕਦੀਆਂ, ਪਰ ਇਹਦੇ ਵਿੱਚ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਪੂਰੀ ਤਰ੍ਹਾਂ ਨਹੀਂ ਸਮਝ ਲੱਗਿਆ। ਨਹੀਂ ਮਾਹੇ ਨਾ ਸਮਝੋ ਕੋਈ, ਨਿਰਣਾ ਕਰੋ ਬਤਾਵੋ ਸੋਈ। ਕਿ ਫਕੀਰ ਜੀ ਮੈਂ ਤੇ ਮਾੜੀ ਮੱਤ, ਛੋਟੀ ਜਿਹੀ ਮੱਤ ਵਾਲਾ। ਇਹ ਵੇਖਿਆ ਜ਼ਰੂਰ ਹੈ, ਕੁਝ ਕੁਝ ਸਮਝ ਲੱਗਦਾ, ਪਰ ਅਸਲ ਵਿੱਚ ਮੈਂ ਸਮਝਿਆ ਨਹੀਂ, ਅਰਥ ਸਮਝ ਨਹੀਂ ਆਏ। ਕਿਰਪਾ ਕਰੋ ਹੁਣ ਚੰਗੀ ਤਰ੍ਹਾਂ ਸਮਝਾ ਵੀ ਦਿਓ ਇਹਦੇ ਅਰਥ ਕੀ ਨੇ।
एते शगत मोहे को देन, तब संवर मद कह कह समझावा, हेत मायने मह दिखरावा। फिर इस फकीर सरमद ने उन्होंने कह के भी समझाया, कहते जे मैं बिना विखाउण ते तुहानूं कह के समझाउंदा तो फिर तेरी समझ विच नहीं सी आउणा। हुण तू वेख लिया तो गल वेख के भी पूरी तरह समझ नहीं आई, पर जो कुछ वेख्या हुण मैं समझाउणा समझ विच आ जाएगी। तो की समझाउंदा सरमद फकीर, एते शगत मोहे को देन, करे मेहर जानियो बहु देन। फकीर ने ये नहीं कहा कि इन्नियां शक्तियां मेरे विच ने, कहते उस खुदा ने मेरे ते मेहर की इस निमाणे जे बंदे नूं, एक छोटे जे बंदे नूं जिंदी अपनी कोई औकात नहीं, इन्नियां ताकत उस खुदा ने दित्तियां ने कि जे मैं इशारा करा तो दिल ही गर्क कर सकना। या तो शुक्र रब के घर को करो अनप ते एतक बर को। कहते ये सबर की हद है, ये परमात्मा का शुक्र है। ताकत लैके मैं उनके शुक्र दे विच हाँ, पर ताकत लैके हंकारी नहीं होया। ये शुक्र ते एक सबर, ये दो सवाल सन। ये शुक्र है रब का, ताकत उन्हें दित्तियां ने, पर ताकत लैके मैं ताकत नूं तुछ जानिया है, कुछ भी नहीं जानिया। बहुर मोहे दिस देखण करिए, एते समरथ समेत विचरिए। तो हुण सरमद फकीर कहता दूत नूं, कहता मेरे वाले चंगी तरह वेख, तेनों समझ लग जाएगी कि इन्नियां ताकत मैनूं मालक ने दित्तियां ने। जे कह लिए कि इन्नियां ताकत वाला मैं हाँ, तो सबर मैं उर मह धारियो, नह कुपाक पे किसू उचारियो। पर फिर भी मैं सबर धारण किया, सबर दे विच रहा। इन्हां दे जबर नूं सबर दे नाल मैं सहारिया है। ये सबर की हद है। तेरे दो ही सवाल सन, सबर ते शुक्र। शुक्र किनू कहते हैं तो सबर किनू कहते हैं? कहते ये सबर है, ये रब का शुक्र, उन्हें ताकत दित्तियां ने। तो ये सबर है कि इन्हां कल नूं अज मेरा जिहड़ा कतल कर देना है, पर मैं सबर दे विच रहना है तो शुक्र दे विच रहना है। अपने तन ते सहार लेना, पर ताकत नहीं विखाउणियां। सरप सजायन सहो शरीर, देह कित कहे मोको पीर। ये भावें मैनूं किन्ने भी पीड़ देण, किन्ने भी तसीहे देण, किसी भी मौत मरन, मैं हर एक दुख जिहड़ा अपने शरीर ते सहार लवांगा। ये सबर दे नाल टाकरा करांगा, पर ताकत नहीं विखावांगा। किसी नूं माड़ा बोल नहीं मूँह नाल बोलांगा। सिर जाने लग सबर धरो मैं, शक्त दिखाउण नहीं करो मैं। ये सबर की हद है, इदों वट के सबर नहीं हो सकता। इन्नियां ताकत होण ते इन्ने तसीहे कोई झल जे तन दे उत्ते, ये सारा कुछ मैं धारण करांगा। ये सबर की हद है, अपनी शक्ति नहीं विखावांगा। सुनत दूत पद बंधन करे, खातर जमा अधिक पिख धरी। ये सुन के दूत ने फिर नमस्कार की कि पीर जी सचमुच हुण जमा पूरी तरह खातर हो गई, तसल्ली हो गई, अर्थां दी पूरी तरह समझ लग गई। जो कुछ वेख्या तो फिर तुसीं उहनूं चंगी तरह समझाया, फिर समझ लगी कि सबर ते शुक्र की हुंदा है। क्योंकि साडे वास्ते शुक्र एक छोटा जिहा शब्द है ना जी। गुरु साहब का शुकराना करना है। शुकराना और खिमा करना, शुकराना घट तो विखावा ज़्यादा होंदा है। कहते गुरु साहब का शुकराना करना है, और शुकराना भी अपने हिसाब नाल ही हो जाता है। खैर उस पासे नहीं जाना। शुकराना गुरु दे परमेश्वर के शुक्र विच रहना, ये कोई सरमद फकीर तो समझे, इहदे तो सीखे कि उन्होंने की मुसीबत से तन के उत्तों मेरा अज शरीर जिहड़ा है अड्ड ते धड़ अड्ड हो जाना है, पर रहना शुक्र दे विच। क्योंकि गल तो नहीं सी ना मैं उन्होंने मुताबिक सरां दे उन्हों की हाँ दे विच हाँ मना लवां। शुक्र दे विच अपने तन नूं बर्बाद करके कह दिए कि अपनी शहादत नूं कबूल के सबर विच शुक्र विच रहना है। तो असीं शुक्र किवें करने जी? शराबां भी पिया दित्तियां,
ਪਾਰਟੀਆਂ ਵੀ ਕਰ ਲਏ, ਡੀਜੇ ਵੀ ਲਾਤੇ, ਤੇ ਫਿਰ ਆ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਕਹਿੰਦੇ ਕੀ ਜੀ, ਵਿਆਹ ਦਾ ਸ਼ੁਕਰਾਨਾ ਕੀਤਾ। ਨਹੀਂ, ਫਿਰ ਸ਼ੁਕਰਾਨਾ ਨਹੀਂ ਹੁੰਦਾ, ਵਿਖਾਲਾ ਤਾਂ ਆਪਾਂ ਕਹਿ ਸਕਦੇ ਹਾਂ। ਸ਼ੁਕਰਾਨਾ ਕੀਤਾ ਉਹਨੇ, ਫਕੀਰ ਨੇ, ਔਰ ਸਮਝਾਇਆ ਕਿ ਸ਼ੁਕਰ ਦੇ ਵਿੱਚ ਰਹਿ ਕੇ ਤਾਕਤਾਂ ਭਾਵੇਂ ਲੱਖ ਹੋਣ ਪਰ ਤਾਕਤਾਂ ਨਹੀਂ ਵਿਖਾਈਆਂ, ਆਪਣੇ ਤਨ ਤੇ ਸਹਾਰ ਲਿਆ। ਔਰ ਦੂਤ ਨੂੰ ਸੁਣ ਕੇ ਸਮਝ ਕੇ ਸਾਰੀ ਗੱਲ ਜਦੋਂ ਸਮਝ ਆਈ, ਕਹਿੰਦੇ ਜਮਾ ਤਸੱਲੀ ਕਰਾ ਦਿੱਤੀ, ਖਾਤਰ ਕਰਾ ਦਿੱਤੀ। ਬਹੁਰ ਸੁਣਤ ਦੂਤ ਪਦ ਬੰਧਨ ਕਰੇ, ਖਾਤਰ ਜਮਾ ਅਦਕ ਪਿਖ ਧਰੇ। ਪਾਏ ਮਾਨਾ ਮਾਇਨਾ ਗਮਣਿਓ ਦੇਸ਼, ਅਵਰੰਗ ਕੇ ਕਰ ਨਿੰਦ ਵਿਸ਼ੇਸ਼। ਮਾਇਨੇ ਅਰਥ ਸਮਝ ਕੇ ਦੂਤ ਤੇ ਆਪਣੇ ਦੇਸ਼ ਰੋਮ ਨੂੰ ਚਲਾ ਗਿਆ। ਉਹਨੂੰ ਇਹ ਤੇ ਸਮਝ ਲੱਗ ਗਈ ਕਿ ਜਿਹਨੂੰ ਕੈਦ ਕੀਤਾ ਇਹ ਤੇ ਖੁਦਾ ਦਾ ਹੀ ਰੂਪ ਹੈ, ਖੁਦਾ ਆਪ ਹੀ ਹੈ। ਪਰ ਜਿਹੜੇ ਔਰੰਗਜ਼ੇਬ ਨੇ ਵਿਖਾਲਾ ਕੀਤਾ ਹੋਇਆ ਕਿ ਮੈਂ ਸ਼ੁਕਰ ਵਿੱਚ ਰਹਿਣਾ, ਜਿਹਨੇ ਵਿਖਾਲਾ ਕੀਤਾ ਹੋਇਆ ਮੈਂ ਧਰਮੀ ਹਾਂ ਤੇ ਮੈਂ ਸਾਰਿਆਂ ਨੂੰ ਆਪਣੇ ਵਰਗਾ ਕੱਟੜ ਧਰਮੀ ਬਣਾਉਣਾ ਹੈ, ਦੂਤ ਨੂੰ ਸਮਝ ਲੱਗ ਗਈ ਕਿ ਧਰਮੀ ਨਹੀਂ ਤੇ ਜ਼ਾਲਮ ਹੈ ਤੇ ਕਸਾਈ ਹੈ। ਪਿੱਛੇ ਕੈਦ ਰਹੇ ਕੁਛ ਕਾਲ, ਤਰਾਸ ਨ ਮਾਨੇ ਮਸਤ ਵਿਸਾਲ। ਇਹ ਸਰਮੱਧ ਫਕੀਰ ਉਸ ਤੋਂ ਬਾਅਦ ਪਿੱਛੇ ਕੈਦ ਵਿੱਚ ਰਿਹਾ, ਪਰ ਇਹਨੇ ਤਰਾਸ ਡਰ ਕਿੱਥੇ ਮੰਨਣਾ ਸੀ, ਜਮਾ ਵੀ ਡਰ ਨਹੀਂ ਮੰਨਿਆ। ਸਰਾ ਨ ਮਾਨੇ ਰਚਿਓ ਖੁਦਾਏ, ਨਰ ਬਪਰਾ ਕਿਆ ਅਗਰ ਅਲਖਾਏ। ਇਹ ਬਸ ਇੱਕੋ ਹੀ ਗੱਲ ਕਹਿੰਦਾ ਕਿ ਮੈਂ ਔਰੰਗਜ਼ੇਬ ਦੀ ਸਰਾ ਨਹੀਂ ਮੰਨਦਾ, ਸ਼ਰਾ ਮੈਂ ਮੰਨਣਾ ਪਰ ਜਿਹੜੇ ਰੱਬ ਨੇ ਖੁਦਾ ਨੇ ਬਣਾਈ। ਇਹ ਵਿਚਾਰੇ ਜਿਹੜੇ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਨਿਵਾਜਾ, ਜਿਹੜੇ ਹੈ ਹੀ ਝੂਠੇ, ਮੈਂ ਉਹਨਾਂ ਦੀ ਈਣ ਕਿਉਂ ਮੰਨਾਂ। ਮੈਂ ਤੇ ਸਰਾ ਦੇ ਮੁਤਾਬਕ ਹੈ, ਪਰ ਉਹ ਸਰਾ ਦੇ ਮੁਤਾਬਕ ਜਿਹੜੀ ਰੱਬ ਨੇ ਬਣਾਈ ਹੈ। ਇਹ ਤੇ ਕੱਟੜ ਪੰਥੀਆਂ ਨੇ ਆਪ ਬਣਾਈ ਹੈ ਨਾ, ਆਪਣੇ ਹਿਸਾਬ ਨਾਲ ਅਰਥ ਕਰ ਕਰਕੇ ਬਣਾਈ, ਮੈਂ ਕਿਉਂ ਮੰਨਾਂ। ਟਿਕ ਨੂੰ ਰੰਗ ਜਾਏ ਕਰ ਕਹੈ, ਸਰਮਦ ਨਹੀਂ ਤਰਾਸ ਮਨ ਲਹੈ। ਇਹ ਨੁਰੰਗੇ ਦੇ ਕੋਲ ਜਾ ਕੇ ਕਹਿੰਦੇ ਨੇ ਜੀ, ਸਰਮਦ ਫਕੀਰ ਤੇ ਨਹੀਂ ਤੁਹਾਡੇ ਤੋਂ ਡਰਦਾ, ਬਿਲਕੁਲ ਹੀ ਨਹੀਂ ਤੁਹਾਡਾ ਡਰ ਮੰਨਦਾ। ਬਿਨਾ ਤਰਾਸ ਕੇ ਸਰਾ ਨਾ ਚਾਲੇ, ਜਿਮ ਚਿਤ ਚਾਹੇ ਚੱਲੇ ਕੁਚਾਲੇ। ਤੇ ਨਾਲੇ ਜਾ ਕੇ ਕਹਿੰਦੇ ਨੇ ਬਾਦਸ਼ਾਹ ਗੱਲ ਠੀਕ ਨਹੀਂ ਕਿ ਜੇ ਇੱਕ ਫਕੀਰ ਤੁਹਾਡੀ ਗੱਲ ਨਾ ਮੰਨੇ, ਏਡੇ ਵੱਡੇ ਤੁਸੀਂ ਬਾਦਸ਼ਾਹ, ਤੇ ਉਹ ਵੀ ਤੁਹਾਡੀ ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕ ਤੁਹਾਡੀ ਗੱਲ ਨਾ ਮੰਨਣ, ਤੇ ਫਿਰ ਤੁਸੀਂ ਸਾਰਿਆਂ ਨੂੰ ਕਿਵੇਂ ਹਿੰਦੂ ਤੋਂ ਮੁਸਲਮਾਨ ਬਣਾ ਲਓਗੇ, ਸਾਰਿਆਂ ਨੂੰ ਕਿਵੇਂ ਸਰਾਂ ਦੇ ਵਿੱਚ ਲੈ ਕੇ ਆਓਗੇ। ਉਹ ਤਾਂ ਤੁਹਾਡੇ ਤੋਂ ਡਰਦਾ ਹੀ ਨਹੀਂ। ਸੁਣਤ ਪਾਪ ਕਰਮਾ ਰਿਸ ਭਰਿਓ, ਕਤਲ ਸੇਸ ਕੋ ਹੁਕਮ ਉਚਰਿਓ। ਇਹ ਸੁਣ ਕੇ ਪਾਪੀ ਨੁਰੰਗਾ ਜਿਹੜਾ ਗੁੱਸੇ ਨਾਲ ਭਰ ਗਿਆ, ਉਸੇ ਵੇਲੇ ਹੁਕਮ ਕਰ ਦਿੱਤਾ ਕਿ ਜੇ ਨਹੀਂ ਡਰਦਾ, ਨਹੀਂ ਸਰਾਂ ਦੇ ਵਿੱਚ ਆਉਂਦਾ ਤੇ ਇਹਦਾ ਸਿਰ ਵੱਢ ਦਿਓ, ਸਿਰ ਵੱਢ ਕੇ ਇਹਦਾ ਕਤਲ ਕਰ ਦਿਓ। ਚੱਲੀ ਧੌਂਸ ਬਾਜਤ ਤਿਸ ਤੀਰ, ਦੋਇ ਤੋਮਰ ਦਿਰਗ ਧਰ ਬੀਰ। ਹੁਣ ਕਹਿੰਦੇ ਦੋ ਬਹਾਦਰ ਯੋਧਿਆਂ ਨੇ ਲੰਬੇ ਲੰਬੇ ਬਰਛੇ ਫੜੇ, ਮੋਢਿਆਂ 'ਤੇ ਰੱਖੇ ਨੇ, ਵੱਡੇ ਸਾਰੀ ਨੌਬਤ ਜਿਹਨੂੰ ਨਗਾਰਾ ਕਹਿੰਦੇ ਨੇ, ਨਗਾਰਾ ਲਿਆ ਤੇ ਦਿੱਲੀ ਤੋਂ ਲੈ ਕੇ ਜਿੱਥੇ ਕੈਦਖਾਨਾ ਸੀ ਉੱਥੋਂ ਤੱਕ ਵਜਾਉਂਦੇ ਗਏ ਕਿ ਲੋਕ ਵੀ ਇਕੱਠੇ ਕਰਨੇ, ਅੱਜ ਸਰਮੱਧ ਜਿਹੜਾ ਇਹਦਾ ਸਿਰ ਵੱਢਣਾ ਹੈ। ਦੇਖੋ ਉਸ ਦਿੱਲੀ ਦੇ ਵਿੱਚ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨਹੀਂ ਵੱਢਿਆ ਨੁਰੰਗੇ ਨੇ, ਇਕੱਲਾ ਉਹਨਾਂ ਦਾ ਸੀਸ ਨਹੀਂ ਲਿਆ। ਇਵੇਂ ਦੇ ਬੜੇ ਸਨ, ਜਦੋਂ ਉਹ ਰੌਲਾ ਪਾ ਕੇ ਢੰਡੋਰੇ ਤੇ ਨਗਾਰੇ ਵਜਾ ਕੇ ਲੋਕਾਂ ਨੂੰ ਇਕੱਠੇ ਕਰਦਾ ਸੀ ਕਿ ਇਹਨਾਂ ਵਿੱਚ ਡਰ ਪੈਦਾ ਹੋਵੇ। ਪਰ ਜਿਹੜੇ ਰੱਬ ਦੇ ਨਾਲ ਜੁੜੇ ਨੇ, ਜਿਹੜਾ ਰੂਪ ਹੀ ਰੱਬ ਦਾ, ਉਹਨਾਂ ਨੂੰ ਮੌਤ ਤੇ ਤਲਵਾਰ ਕੀ ਡਰਾ ਸਕੇ। ਬਿਦਤ ਹੁਕਮ ਪਰ ਸਭ ਮੈਂ ਭਇਓ, ਸਰਮੱਧ ਸਿਰ ਕਾਟਣ ਕੋ ਕੀਓ। ਨਗਾਰੇ ਵੱਜੇ, ਸਾਰੀ ਦਿੱਲੀ ਦੇ ਵਿੱਚ ਪਤਾ ਲੱਗ ਗਿਆ ਕਿ ਬਾਦਸ਼ਾਹ ਨੇ ਸਰਮੱਧ ਫਕੀਰ ਦਾ ਸਿਰ ਵੱਢਣ ਦਾ ਹੁਕਮ ਦੇ ਦਿੱਤਾ ਹੈ। ਹੇਤ ਬਿਲੋਕਣ ਲੋਕ ਸਿਧਾਏ, ਪਹੁੰਚੇ ਜਾਏ ਹੁਤੇ ਜਿਸ ਥਾਏ। ਤੇ ਇਹ ਨਗਾਰੇ ਵਜਾ ਕੇ, ਢੋਲ ਵਜਾ ਕੇ ਢੰਡੋਰਾ ਪਟਾ ਦਿੱਤਾ। ਸਰਮੱਧ ਦਾ ਫਕੀਰ ਵੱਢਣਾ ਹੈ, ਫਕੀਰ ਦਾ ਸਿਰ ਵੱਢਣਾ ਹੈ। ਤੇ ਭਾਈ ਉਸ ਮਸਜਿਦ ਦੇ ਕੋਲ ਪਹੁੰਚੋ, ਜਿਹੜੀ ਮਸਜਿਦ ਦੇ ਬਾਹਰ ਖਲੋ ਕੇ ਕਹਿੰਦਾ ਸੀ ਨਾ, ਕੋਈ ਖੁਦਾ ਬੋਲਾ ਤੇ ਗੂੰਗਾ ਥੋੜ੍ਹੀ ਹੈ, ਉਹ ਕੋਨਾ ਥੋੜ੍ਹੀ ਹੈ, ਉਹ ਤਾਂ ਸਾਡੇ ਵਿੱਚ ਵੀ ਹੈ, ਸਾਡੇ ਪੈਰਾਂ ਥੱਲੇ ਵੀ ਹੈ, ਸਾਡੇ ਉੱਤੇ ਵੀ, ਹਰ ਥਾਂ 'ਤੇ ਹੀ ਹੈ।
पर शिकायत करने वाले ने इन्नी लाई कि वो फकीर कहता खुदा तो तुहाडा मेरे पैरों थले है। उस मसीत के कोल लोगों को इकट्ठा कर लिया जिहड़े तमाशगीर ने। सुनकर बिना त्रास ही बोला, ध्यान प्रभु ते मन नह डोला। जलाद पहुंचे ने, जलादा ने कह दिता कि फकीर जी तुहाडा सिर वड्डण दा हुक्म हो गया है। पर कहते फकीर बिना डर तो उस तरह ही बोलिया कि उन्हें करना की है, जिहड़ा है ही पापी उन्हें पाप ही कमाउणा है ना। जिहड़ा है ही मूर्ख उहदे बारे मैं की कहां, जो उन्हें हुक्म किया करी जाओ। टिग महजद के तिसै बिठाए, हणी तेग सिर दियो गिराए। उन्होंने बेड़ियां पाइया ने, मस्जिद बार बार लै गए। जदों जलाद कहता कि बादशाह ने हुक्म दिता, वो कहता फिर बादशाह का हुक्म मानना, जो उन्हें क्या करी जा। उस मूर्ख की गल मैं क्यों सुना। जलाद ने वार किया, सरमद फकीर का जिहड़ा सिर है वो धड़ नालों वख कर दिता। सिर धरती ते डिग्गिया है। कितक समय लग धर सो जीवा, बैठे रहो तथा थिर थीवा। तो सिर ये नहीं कि सिर वड्डिया तो उस वेले सरमद का शरीर भी डिग गया, क्योंकि शरीरों के नाल तो उन्होंने बहुता लैना देना नहीं सी। देखो बाबा देव सिंह बारे तो आप जानते ही है ना। शेष धड़ तो अलग हो गया, एक हाथ से शेष चुक्या, दूजे 18 शेर का खंडा फड़िया है। और कई तो साढ़े वाले इहदे ते भी फिर किंतु करते हैं कि किवें हो सकता है, पर ये प्यार दी खेडां ने। क्योंकि अर्थ बिल्कुल सीधे ने। धन गुरु नानक साहब जी पहले जामे दे विच इह कह के गए ने ना कि जे तो प्रेम खेलन का चाओ, सिर धर तली गली मेरे आओ। भावें दा भाव अर्थ भी किया जाता, माड़ा ही भी नहीं कि हुमे वाला सिर वड्ड के आओ। पर प्यार वाले जिहड़े ने शरीर की परवाह कित्थे करते हैं जी। शरीर का भी सिर वड्ड के एक हाथ च फड़ के 3-3 कोह तक खंडा चला सकते हैं। सरमद का सिर डिग्या थले, धड़ उत्थे है और कुछ समय उत्थे बैठा रहा, डिग्या नहीं। लिखे कितक समय लग धर सो जीवा, बैठे रहो तथा थिर थीवा। निज सरोणत सो अंगरे भर पर, भीत मसीत तिसे पार धर धर। कुछ समय बैठा रहा जी। कुछ समय तो बाद हुण सरमद फकीर उठ्या, धड़ दे उत्ते सिर कोई नहीं। उस मसीत के कंध के नेड़े गया है तो अपनी उंगली जिहड़ी धौण वड्डी है उस धौण दे विच पा के ना, जितों खून नाल चंगी तरह परचे, उस खून के नाल मसीत के कंध के उत्ते एक बड़ी सोहनी बैंत बना के लिखी। पूरी बैंत लिखी बैंत आछे सो बनाए, जिसको पठ बराग उपाए। एडी सोहनी बैंत लिखी कि जिन्हों पढ़ के हर किसी के अंदर एक बैराग, एक प्यार पैदा होंदा सी। इस प्रकार सरमद को मारा, द्रोही शाहो महा कुरियारा। और जिहड़ी बैंत सी उनका भाव अर्थ यही सी कि साईं ने एक धड़ दिता सी, शरीर दिता सी, साईं की मर्जी। ये शरीर उनके लेखे लग गया, मेरे तो सिर ते भार सी, ये भार लै गया। क्योंकि आप तो सिर पढ़ना ही है ना जी। गुरु ग्रंथ साहिब जी ने पावन वचन कहे ने, जिसका तन मन धन सब तिसका। जेड़े प्रभु का परमेश्वर का दिता होया, तो बाबा कबीर जी कहते जिन्होंने सौंप भी दईए तो इहदे च कोई मान करने वाली, हंकार करने वाली तो गल होनी ही नहीं चाहिए। क्योंकि मेरा तो है ही नहीं, कबीर मेरा मुझ में कुछ नहीं। जो कुछ है सो तेरा, तेरा तुझको सौंप दे क्या लागे मेरा। फकीर ने बैंत लिखी कि साईं ने, रब ने, परमेश्वर ने शरीर दिता सी। असीं रोज़ पढ़ने कि भई प्राप्त मानुख दे हुरिया, उनके तो भई ना उनके तो प्राप्त हुई। पर एक गल समझे असीं शायद नहीं कि गोबिंद मिलन की है तेरी वरिया। ये शरीर एवं नहीं सी मिलना, रब नूं मिलना सी इहदे विच रह के। पर ये फकीर ने उस शरीर, उस लहू के नाल उंगल डबो के कंध उत्ते बैंत लिखी। कहते इस ढंग के नाल इस फकीर नूं, सरमद फकीर नूं मारे दा कतल किया।
ਕਰਤ ਘਾਤ ਪਾਤਕ ਨਹਿ ਜਾਣੇ, ਰਾਜ ਤੇਜ ਨਿਜ ਸੁਖ ਕੋ ਹਾਨੇ। ਇਹ ਜਿਹੜਾ ਪਾਪੀ ਹੈ ਔਰੰਗਜ਼ੇਬ, ਇਸੇ ਤਰ੍ਹਾਂ ਪੀਰਾਂ ਫਕੀਰਾਂ ਦਾ ਘਾਤ, ਉਹਨਾਂ ਦਾ ਕਤਲ ਕਰਦਾ ਗਿਆ। ਰਾਜ ਤੇਜ ਨਿਜ ਸੁਖ ਕੋ ਹਾਨੇ, ਇਹ ਆਪਣੇ ਹੱਥੀਂ ਕਤਲ ਕਰ ਕਰਕੇ ਅਸਲ ਵਿੱਚ ਆਪਣੇ ਰਾਜ ਨੂੰ, ਆਪਣੇ ਤੇਜ ਨੂੰ ਤੇ ਆਪਣੇ ਜੀਵਨ ਨੂੰ ਆਪ ਹੀ ਬਰਬਾਦ ਕਰ ਲਿਆ ਸੀ। ਇਹਨੂੰ ਧਰਮ ਸਮਝਦਾ ਸੀ ਕਿ ਸ਼ਾਇਦ ਇਸ ਤਰ੍ਹਾਂ ਦੇ ਵਿੱਚ ਇਹ ਕੰਮ ਕਰੀਏ ਤੇ ਬੜਾ ਹੀ ਫਲ ਮਿਲੇਗਾ, ਪੁੰਨ ਮਿਲੇਗਾ। ਦਾਰ ਸਕੋਹ ਭਰਾਤ ਮਰਵਾਏ, ਤਿਸ ਤੇ 15 ਦਿਵਸ ਬਿਤਾਏ। ਕਹਿੰਦੇ ਜਦੋਂ ਇਹਨੇ ਤਾਂ ਆਪਣੇ ਵੱਡੇ ਭਰਾ ਦਾਰਾ ਸਕੂਹ ਨੂੰ ਮਰਵਾਇਆ ਨਾ, ਉਸ ਤੋਂ ਬਾਅਦ ਜਦੋਂ 15 ਕੁ ਦਿਨ ਅੱਗੇ ਫਿਰ ਬਤੀਤ ਹੋਏ ਸਨ। ਸਰਮਦ ਬੜ ਦਰਵੇਸ਼ ਸੰਘਾਰਿਓ, ਨਰਕ ਪਰਣ ਤੇ ਤਰਾਸ ਨਾ ਧਾਰਿਓ। ਦਾਰਾ ਸਕੂਹ ਦੇ 15 ਦਿਨ ਬਾਅਦ ਇਸ ਫਕੀਰ ਨੂੰ, ਸਰਮਦ ਫਕੀਰ ਨੂੰ ਨੇ ਮਰਵਾਇਆ। ਪਰ ਇਹ ਪਾਪੇ ਨੂੰ ਇਹ ਡਰ ਨਹੀਂ ਲੱਗਿਆ ਕਿ ਮੈਨੂੰ ਨਰਕਾਂ ਦੇ ਵਿੱਚ ਮੈਨੂੰ ਅੱਗੇ ਜਾ ਕੇ ਤਸੀਹੇ ਕੀ ਮਿਲਣਗੇ। ਅਪਰ ਤੁਰਕ ਕੈ ਹਿੰਦੂ ਕੋਏ, ਗਹਿ ਸਰਾਹਿਤ ਮੂਰਖ ਸੋਏ। ਤੇ ਕੱਲੇ ਸਰਮਦ ਫਕੀਰ ਨੂੰ ਨਹੀਂ ਮਾਰਿਆ, ਹੋਰ ਵੀ ਬਹੁਤ ਸਾਰੇ ਹਿੰਦੂ ਜਿਹੜੇ ਫਕੀਰ ਨੇ ਉਹਨਾਂ ਨੂੰ ਮਾਰਿਆ। ਕੱਲੇ ਹਿੰਦੂ ਹੀ ਨਹੀਂ, ਜਿਹੜੇ ਤੁਰਕ ਫਕੀਰ ਨੇ ਸਾਈਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਫੜ ਫੜ ਕੇ ਮਰਵਾਇਆ। ਤੇ ਮਰਵਾਇਆ ਇਸੇ ਕਰਕੇ ਕਿ ਮੇਰਾ ਹੁਕਮ ਨਹੀਂ ਮੰਨਦੇ, ਮੇਰੇ ਮੁਤਾਬਕ ਨਹੀਂ ਚੱਲਦੇ, ਜਿਵੇਂ ਦੀ ਸਰਾ ਮੈਂ ਕਹਿੰਦਾ ਉਸ ਸਰਾ ਦੇ ਮੁਤਾਬਕ ਨਹੀਂ ਚੱਲਦੇ। ਕੇਤਕ ਕੋ ਗਹਿ ਕਰ ਮਰਵਾਵੈ, ਨਤਰ ਸਰਾ ਕੇ ਮੱਧ ਚਲਾਵੈ। ਇਹ ਕਈਆਂ ਨੂੰ ਫੜ ਫੜ ਕੇ ਇਸੇ ਤਰ੍ਹਾਂ ਮਰਵਾਉਂਦਾ ਹੈ ਤੇ ਸ਼ਰਤ ਸਭ ਦੇ ਸਾਹਮਣੇ ਇੱਕੋ ਹੀ ਰੱਖਦਾ ਹੈ ਕਿ ਜਿਹੜੀ ਸ਼ਰ੍ਹਾਂ ਤੇ ਅਸੀਂ ਅਰਥ ਕਰਨੇ ਆ ਨਾ, ਸਾਡੇ ਮੁਤਾਬਕ ਜਿਹੜੀ ਸ਼ਰ੍ਹਾਂ ਹੈ ਵੀ ਜਾਂ ਤਾਂ ਉਸ ਮੁਤਾਬਕ ਚੱਲੋ, ਨਹੀਂ ਤਾਂ ਦੁਨੀਆ ਛੱਡ ਕੇ ਚੱਲੋ। ਜਾਂ ਤਾਂ ਸ਼ਰ੍ਹਾਂ ਵਿੱਚ ਲੈ ਕੇ ਹੁੰਦਾ ਸੀ, ਜਾਂ ਉਹਨਾਂ ਤੁਰਕਾਂ ਨੂੰ ਮਰਵਾ ਦਿੰਦਾ ਸੀ। ਕੇਤਕ ਹੁਤੋ ਕੈਦ ਮਹਿ ਪਿਦਰ ਵਿਚਾਰਾ, ਤੇਜ ਸੁਰਾਜ ਅਧਿਕ ਜਹ ਧਾਰਾ। ਹੁਤੋ ਕੈਦ ਮੈਂ ਪਿਦਰ, ਪਿਦਰ ਕਹਿੰਦੇ ਨੇ ਪਿਤਾ ਨੂੰ। ਨੁਰੰਗੇ ਦਾ ਪਿਓ ਹਜੇ ਨੁਰੰਗੇ ਦੀ ਕੈਦ ਵਿੱਚ ਸੀ, ਬਾਦਸ਼ਾਹ ਸ਼ਾਹਜਹਾਂ। ਬਾਦਸ਼ਾਹ ਸ਼ਾਹਜਹਾਂ ਵਿਚਾਰ ਕਰਦਾ ਕਿ ਇਹ ਜਿਹੜਾ ਹੈ ਤੇ ਮੇਰਾ ਪੁੱਤਰ ਹੈ ਬੜਾ ਪਾਪੀ। ਅਲਪ ਆਹਾਰ ਨੀਰ ਕੋ ਦੇਤ, ਬਹੁਤ ਦੁਖ ਪਾਏ ਸ਼ੁੱਧਤ ਤ੍ਰਿਖ ਹੇਤ। ਇਹ ਆਪਣੇ ਪਿਓ ਨੂੰ ਇਕੱਲਾ ਕੈਦ ਵਿੱਚ ਨਹੀਂ ਪਾਇਆ, ਅਲਪ ਆਹਾਰ, ਥੋੜ੍ਹਾ ਜਿਹਾ ਇੱਕ ਪ੍ਰਸ਼ਾਦਾ ਰੋਜ਼ ਦਾ ਦਿੰਦਾ ਹੁੰਦਾ ਸੀ। ਹੁਕਮ ਕੀਤਾ ਹੋਇਆ ਸੀ ਛੋਟਾ ਜਿਹਾ ਇੱਕ ਪ੍ਰਸ਼ਾਦਾ ਦੇਣਾ ਹੈ, ਅਤੇ ਪਾਣੀ ਦਾ ਵੀ ਇੱਕ ਛੋਟਾ ਇੱਕੋ ਗਲਾਸ ਦੇਣਾ ਸਾਰੇ ਦਿਨ 'ਚ, ਜਿੰਨੀ ਮਰਜ਼ੀ ਗਰਮੀ ਹੋਏ, ਇਸ ਤੋਂ ਵੱਧ ਨਹੀਂ ਦੇਣਾ। ਭੁੱਖਾ ਅਤੇ ਪਿਆਸਾ ਰੱਖ ਰੱਖ ਕੇ ਤਰਸਾ ਕੇ ਆਪਣੇ ਪਿਓ ਨੂੰ ਇਹਨੇ ਬਾਦਸ਼ਾਹ ਸ਼ਾਹਜਹਾਂ ਨੂੰ ਮਾਰਿਆ ਔਰੰਗਜ਼ੇਬ ਨੇ। ਔਰ ਔਰੰਗਜ਼ੇਬ ਨੇ ਇੱਕ ਵਾਰੀ ਚਿੱਠੀ ਵੀ ਲਿਖੀ ਸੀ, ਗਹਿਓ ਕਾਕੇ ਰਾਖ ਬਿਠਾਏ, ਸੰਕਟ ਤੈ ਬਹੁਤ ਤਰਸਾਏ। ਕੱਲੇ ਨੂੰ ਰੱਖਿਆ ਹੋਇਆ ਆਪਣੇ ਪਿਓ ਨੂੰ ਬਸ ਇਸ ਤਰ੍ਹਾਂ ਦੇ ਦੁੱਖ ਦਿੰਦਾ ਕਿ ਨਾ ਮਾਰੋ ਨਾ ਕੁੱਟੋ, ਖਾਣ ਪੀਣ ਲਈ ਕੁਝ ਨਾ ਦਿਓ। ਦਾਰਾ ਸਕੂਹ ਜਿਹੜਾ ਔਰੰਗਜ਼ੇਬ ਦਾ ਪਿਓ ਹੈ ਸ਼ਾਹਜਹਾਂ ਨੇ ਇੱਕ ਵਾਰੀ ਚਿੱਠੀ ਲਿਖੀ, ਕਿਉਂਕਿ ਮਿਲਣ ਵਾਸਤੇ ਤਾਂ ਹੁੰਦਾ ਹੀ ਨਹੀਂ ਸੀ। ਚਿੱਠੀ ਦੇ ਵਿੱਚ ਲਿਖਿਆ ਕਿ ਔਰੰਗਜ਼ੇਬ ਪੁੱਤਰ ਤੇ ਤੂੰ ਮੇਰਾ ਹੀ ਹੈ, ਆਪਣੇ ਆਪ ਦੇ ਵਿੱਚ ਤੂੰ ਧਰਮੀ ਬਣਨਾ ਕਿ ਮੈਂ ਸਰਾਂ ਦੇ ਮੁਤਾਬਕ ਚੱਲਣਾ। ਤੂੰ ਹਿੰਦੂਆਂ ਨੂੰ ਦੂਜਾ ਤੀਜਿਆਂ ਨੂੰ ਕਾਫਰ ਕਹਿੰਦਾ ਹੈ, ਪਰ ਹੁਣ ਇੱਕ ਗੱਲ ਤੇ ਮੈਨੂੰ ਪਤਾ ਲੱਗ ਗਈ ਕਿ ਭਾਵੇਂ ਉਹ ਹਿੰਦੂ ਨੇ ਤੇਰੇ ਨਾਲੋਂ ਤੇ ਚੰਗੇ ਹੀ ਨੇ, ਕਿ ਉਹ ਤੇ ਆਪਣੇ ਮਰੇ ਹੋਏ ਮਾਂ ਪਿਓ ਦੇ ਨਾਂ 'ਤੇ ਰੋਟੀ ਪਾਣੀ ਕੱਢਦੇ ਨੇ, ਸ਼ਰਾਧ ਕਰਾਉਂਦੇ ਨੇ ਨਾ ਜੀ। ਦੇਖੋ ਫਿਰ ਬੇਨਤੀ ਕਰਦੇ ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰਮਤਿ ਨੇ ਬਿਲਕੁਲ ਉਹਨੂੰ ਮਨਾ ਕੀਤਾ ਹੋਇਆ, ਕਿਉਂਕਿ ਬਾਬਾ ਕਬੀਰ ਜੀ ਤੇ ਕਹਿੰਦੇ ਨੇ ਜੇ ਸੇਵਾ ਕਰਨੀ ਤੇ ਭਾਈ ਜਿਉਂਦੇ ਪਿੱਤਰ ਮੰਨ ਕੇ ਸੇਵਾ ਕਰ ਲਿਆ ਕਰੋ, ਮਰਨ ਤੋਂ ਬਾਅਦ ਲੋੜ ਨਹੀਂ। ਪਰ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਹੀ। ਇਹ ਤਾਂ ਲੋਕ ਭੁੱਲੇ ਹੋਏ ਨੇ ਨਾ, ਨੁਰੰਗੇ ਵਰਗੇ ਹੀ ਨੇ, ਜਿਉਂਦਿਆਂ ਨਹੀਂ ਪਿੱਤਰ ਮੰਨਦੇ ਤੇ ਮਰਨ ਤੋਂ ਬਾਅਦ ਸ਼ਰਾਧ ਕਰਾਈ ਜਾਂਦੇ ਨੇ। ਇਹ ਜਦੋਂ ਸ਼ਾਹਜਹਾਂ ਨੇ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਨਾ, ਉਹ ਤੇ ਫਿਰ ਵੀ ਪਾਣੀ ਰੋਟੀ ਕੱਢਦੇ ਨੇ, ਮਰਨ ਤੋਂ ਬਾਅਦ ਫਿਰ ਤੇਰੇ ਨਾਲ ਤੇ ਉਹ ਹੀ ਚੰਗੇ ਨੇ। ਕਹਿੰਦੇ ਔਰੰਗਜ਼ੇਬ ਨੇ ਉਸ ਤੋਂ ਬਾਅਦ ਫਿਰ ਕਿਹਾ ਸੀ ਚੱਲ ਠੀਕ ਹੈ, ਜਿਹੜੀ ਸ਼ਾਹੀ ਨਾਲ ਚਿੱਠੀ ਲਿਖੀ ਹੈ ਨਾ, ਜਿੰਨੀ ਕੁ ਤੇਰੇ ਕੋਲ ਹੈ ਬਸ ਹੁਣ ਇਹ ਪੀ ਕੇ ਗੁਜ਼ਾਰਾ ਕਰੇ। ਅੱਜ ਤੋਂ ਬਾਅਦ ਜਿਹੜਾ ਪਾਣੀ ਦਾ ਗਲਾਸ ਮਿਲਦਾ ਸੀ ਉਹ ਵੀ ਬੰਦ, ਇੱਕ ਰੋਟੀ ਮਿਲਦੀ ਸੀ ਅੱਜ ਤੋਂ ਬਾਅਦ ਉਹ ਵੀ ਨਹੀਂ ਦੇਣੀ। ਭੁੱਖੇ ਪਿਆਸੇ ਰੱਖ ਕੇ ਮਾਰਿਆ ਜੀ।
ਜਿਸ ਤੇ ਉਤਪਤ ਮੂਰਖ ਹੋਵਾ, ਤਿਸੇ ਪਿਤਰ ਕੋ ਸੁਖ ਤੇ ਖੋਵਾ। ਇਹ ਮੂਰਖ ਪਿਤਰ ਕਹਿੰਦੇ ਨੇ ਪਿਓ, ਜਿਹੜੇ ਪਿਓ ਤੋਂ ਪੈਦਾ ਹੋਇਆ ਉਹਨੂੰ ਇਹਨੇ ਭੁੱਖਾ ਪਿਆਸਾ ਰੱਖ ਰੱਖ ਕੇ ਸਾਰੇ ਸੁੱਖ ਖੋ ਕੇ ਦੁੱਖ ਦੋ ਦੇ ਕੇ ਮਾਰਿਆ। ਪਿਓ ਦੇ ਨਾਲ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨਾ ਵੀ ਪਾਪ ਹੈ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ ਨਾ, ਭਾਵੇਂ ਪਰਥਾਈ ਪ੍ਰਿਥੀ ਤੇ ਲਿਖੇ ਸਨ ਕਿ ਪੂਤ ਕਾਹੇ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੇਰੇ ਤੁਮ ਹੋ ਤਿੰਨ ਸੰਗ ਝਗਰਤ ਪਾਪ। ਅੱਗੋਂ ਆਵਾਜ਼ ਉੱਚੀ ਦੇ ਵਿੱਚ ਜਵਾਬ ਦੇਣਾ ਵੀ ਪਾਪ ਹੈ, ਤੇ ਇੱਦਾਂ ਵੱਡਾ ਪਾਪ ਕਰਦਾ ਪਾਪੀ। ਕੈਦ ਵਿਖੇ ਮਾਰਨ ਕਰਿਓ ਇਤਿਆਦਿਕ ਪਾਪਣ ਗਣ ਧਰਿਓ। ਕਹਿੰਦੇ ਕੈਦ ਵਿੱਚ ਇਸੇ ਤਰ੍ਹਾਂ ਭੁੱਖਾ ਪੈਸਾ ਰੱਖ ਕੇ ਨੇ ਆਪਣੇ ਪਿਓ ਨੂੰ ਮਾਰਿਆ। ਹੋਰ ਕਈ ਪਾਪ ਕੀਤੇ। ਅਪਰ ਕੁਚਾਲੇ ਕੀਨ ਅਨੇਕ, ਅਤ ਮਤਵੰਤਾ ਹੀਨ ਵਿਵੇਕ। ਇਹ ਵਿਵੇਕ ਤੋਂ ਹੀਣਾ, ਗਿਆਨ ਤੋਂ ਹੀਣਾ, ਬੁੱਧੀ ਤੋਂ ਖਾਲੀ। ਇਹਨੇ ਹੋਰ ਕਈ ਭੈੜੇ ਕੰਮ ਕੀਤੇ, ਪਾਪ ਕੀਤੇ। ਜੋ ਨਿਜ ਪਿਤਰ ਸੰਗ ਇਮ ਖੋਟਾ, ਡਰੇ ਸਰਬ ਪੁਨ ਕਿਨਹੂ ਨਾ ਹੋਟਾ। ਪਿਓ ਦਾ ਕਤਲ ਇਸ ਢੰਗ ਨਾਲ ਕੀਤਾ, ਲੋਕ ਡਰ ਗਏ ਸਨ ਕਿ ਜਿਹੜਾ ਆਪਣੇ ਪਿਓ ਨੂੰ ਇਹਨੇ ਤਸੀਹੇ ਦੇ ਦੇ ਕੇ ਮਾਰਦਾ ਹੈ, ਤੇ ਜੇ ਇਸ ਨਰੰਗੇ ਦੇ ਸਾਹਮਣੇ ਅਸੀਂ ਕੋਈ ਆਵਾਜ਼ ਚੁੱਕੀਏ ਤਾਂ ਸਾਡੇ ਨਾਲ ਕੀ ਬਣੇਗਾ। ਲੋਕ ਇਹਦੇ ਤੋਂ ਡਰਦੇ ਸਨ। ਅਪਰ ਕਹਾ ਲਗ ਕਹੂੰ ਖੁਟਾਈ, ਕਰਤ ਭਇਓ ਪਾਤਰ ਸਮੁਦਾਈ। ਤੇ ਕਵੀ ਸੰਤੋਖ ਸਿੰਘ ਨੇ ਇਸ ਅਧਿਆਇ ਨੂੰ ਖਤਮ ਕਰਦੇ ਹੋਏ ਲਿਖਦੇ ਨੇ ਕਿ ਇਸ ਪਾਪੇ ਦੀ ਹੋਰ ਖੁਟਾਈ ਕਿੱਥੋਂ ਤੱਕ ਕਵਾਂ। ਬਸ ਜਿਨ੍ਹਾਂ ਨੂੰ ਪਾਪੇ ਕਹਿ ਲਈ ਉਨਾ ਹੀ ਥੋੜ੍ਹਾ ਹੈ। ਕੁਛ ਕੁਛ ਨਾਵਣ ਕਰੋ ਸੁਜਾਨ, ਜਿਸ ਤੇ ਸਲਤਨਤ ਤੁਰਕਣਹਾਨ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੁਝ ਕੁ ਇਹਨਾਂ ਦਾ ਇਤਿਹਾਸ ਮੈਂ ਜ਼ਰੂਰ ਅੱਗੇ ਸੁਣਾਵਾਂਗਾ ਕਿ ਜਿਵੇਂ ਇਹਨਾਂ ਦਾ ਰਾਜ, ਇਹਨਾਂ ਦੀ ਸਲਤਨਤ ਖਤਮ ਹੋਈ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਕਿ ਔਰੰਗਜ਼ੇਬ ਦੇ ਬਾਰੇ, ਜਿਵੇਂ ਉਹ ਸੂਫੀਆਂ ਨਾਲ, ਫਕੀਰਾਂ ਨਾਲ, ਵੇਸ਼ਵਾਵਾਂ ਨਾਲ ਸਲੂਕ ਕਰਦਾ ਸੀ। ਇਹ ਸਾਰਾ ਪ੍ਰਸੰਗ ਅਗਲੇ ਦਿਨਾਂ ਵਿੱਚ ਆਏਗਾ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ, ਭੁੱਲਣ ਦੀ ਖਿਮਾ। ਔਰ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ, ਫਿਰ ਸਮਾਪਤੀ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ